राग पैरो महला पंजवा। सतगुरु पंजवें पातशाह शहीदां दे सरताज शांति दे सोमे गुरबाणी दे रचनहार धन धन श्री गुरु अर्जन देव साहब जी भैरो राग दे विच पहला चौप दे शब्द चल रहे सन, हुण प्रकरण चेंज कर रहे ने। हड़ताल कार तीजा तीसरे सुरताल दे विच पड़ताल उचारते ने, परताऊ दा ताल भाव जिस दे गाउण दे विच तुक तुक ते ताल परतदा जांदा होवे उस नूं पड़ताल बोलदे ने, या पट ताल। चार ताल दा भेद इस ताल दे विच गाए जाण वाले पदां दी पड़ताल संख्या हो गई है। या जिस बाणी विच परमात्मा दी पड़ताल खोज होवे ऐसी बाणी उचारण कर रहे हन। इको ओंकार एक जो अद्वितीय ब्रह्म है वो ओंकार सर्वदा प्रकाशक है। ये बीज रूप मंत्र की दा मंगल किया है क्योंकि प्रकरण बदलिया है। सतगुर प्रसाद जो सतगुरां दी कृपा करके प्राप्त हुंदा है। रतपाल प्रभ किरपाल हे भाई जो मेरा प्रभु है वो कृपा दा घर है ते सब ताई परतपाल पालना करदा है। कवन गुण गनी मैं उसदे किहड़े किहड़े गुण गिणती करके विचार के तुहानूं दसना करां। भाव उहदे विच बेअंत गुण हन। अनक रंग बहुत रंग उसने अनेका ही रंगां दे जीव पैदा कीते ने। जो जीव अगों बेअंत रंगां दे हन, जिवें तोते केवल हरे रंग दे ने, ਕਾਂ काले रंग दे ही ने, पर मोर तितर आदਿਕ एक दे ही अनेका रंग हन। या राजसी तामसी सांतकी या सारे खाणियां दे अनेक रंगां दे जीव पैदा कीते ने। फिर वो परमात्मा सारियां दा महाराज कहंदे सर्ब को तनी सारियां दा मालिक है, अथवा ओह प्रभु अनेका कौतक करने वाला है। बेअंत जीवन रोग तरंग लहरां नूं पैदा करने वाला है। फिर सारे जीवन दा मालिक है। विश्राम देकर फरमान करदे ने। अनक ज्ञान अनक ध्यान उसदी सृष्टि अंदर अनेका ही ज्ञान अनेका ही ध्यान हन। इसी प्रकार अनक ज्ञान अनक ध्यान अनेका ही उसदे निर्गुण स्वरूप का ज्ञान प्राप्त करने वाले ने, अनेका ही उसदे सरगुण स्वरूप का ध्यान लाउण वाले हन। अनक जाप जाप ताप अनेका ही जपियां दे जाप ने अते अनेका ही तपियां दे तप हन। तीन प्रकार दे जाप ने, वाचक उपास ते मानस। जो स्पष्ट उच्चारण करके किया जावे बैखरी बोली द्वारा उच्ची बोल के सो कहिए वाचक। जो होठां दे अंदर बहुत धीमी धुन विच कीता जाए, कंठ दे विच मध्यमा दे विच सो कहिए उपास,
ਇਹ ਮਾਨਸ ਜੋ ਮਨ ਦੁਆਰਾ ਕੀਤਾ ਜਾਏ, ਪਰਾ ਬਾਣੀ ਦੁਆਰਾ, ਸੋ ਕਹੀਏ ਮਾਨਸ ਤਾਪ। ਤਿੰਨ ਪ੍ਰਕਾਰ ਦੇ ਤਪ ਨੇ। ਸ਼ਾਂਤਕੀ ਤਪ, ਚਿੱਤ ਨੂੰ ਇਕਾਗਰ ਕਰਨਾ। ਰਾਜਸੀ ਤਪ, ਇੰਦਰੀਆਂ ਦਾ ਦਮਨ ਕਰਨਾ। ਤਾਮਸੀ ਤਪ, ਧੂਣੀਆਂ ਧੋਣੀਆਂ, ਪੁੱਠੇ ਲਮਕਣਾ ਇਤਿਆਦਿਕ ਹੈ। ਸੋ ਇਹ ਮੁੱਖ ਨੇ। ਬਾਕੀ ਅਨੇਕਾਂ ਹੀ ਜਪੀਆਂ ਦੇ ਜਾਪ ਅਤੇ ਅਨੇਕਾਂ ਹੀ ਤਪੀਆਂ ਦੇ ਤਪ ਹਨ। ਅਨਕ ਗੁਣਤ ਧੁਨਤ ਲਲਤ, ਅਨੇਕਾਂ ਹੀ ਵਿਚਾਰ ਵਾਲੇ ਗਵਈਏ ਨੇ, ਅਨੇਕਾਂ ਹੀ ਅਲਾਪ ਕਰਨ ਵਾਲੇ ਹਨ, ਅਨੇਕਾਂ ਹੀ ਰਾਗਣੀਆਂ ਗਾਉਣਾ ਕਰਦੇ ਨੇ ਜਾਂ ਲਲਿਤ ਸੁੰਦਰ। ਧੁਨਤ ਧੁਨਾਂ ਨੂੰ ਉਚਾਰਨ ਵਾਲੇ ਨੇ, ਜਾਂ ਅਨੇਕਾਂ ਹੀ ਜੀਵ ਦੁਆਰਾ ਅਨੇਕਾਂ ਧੁਨਾਂ ਨੂੰ ਉਚਾਰਨ ਵਾਲੇ ਹਨ ਅਤੇ ਅਨੇਕਾਂ ਹੀ ਅਨੇਕ ਤਾਰ ਮੁਨੀ, ਅਨੇਕਾਂ ਮੰਨਣਸ਼ੀਲ ਲੋਕ ਮੋਨ ਨੂੰ ਧਾਰਨ ਕਰਨ ਵਾਲੇ ਹਨ। ਅਨੇਕ ਨਾਦ ਅਨੇਕ ਬਾਜ, ਅਨੇਕਾਂ ਹੀ ਵਾਜੇ ਨੇ, ਅਨੇਕਾਂ ਹੀ ਉਹਨਾਂ ਵਾਜਿਆਂ ਨੂੰ ਵਜਾਉਣ ਦੇ ਭੇਦ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕਾਂ ਪ੍ਰਕਾਰ ਦੇ ਨਾਦ ਸੰਖ ਯੋਗੀਆਂ ਦੀ ਸਿੰਘੀ ਆਦਿਕ ਸਾਜ਼ ਨੇ ਅਤੇ ਅਨੇਕਾਂ ਹੀ ਉਹਨਾਂ ਵਿੱਚੋਂ ਆਵਾਜ਼ਾਂ ਨਿਕਲ ਰਹੀਆਂ ਹਨ। ਬਾਜ ਦਾ ਅਰਥ ਹੈ ਆਵਾਜ਼। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕਾਂ ਪ੍ਰਕਾਰ ਦੇ ਜੀਵਾਂ ਰੂਪ ਨਾਦ ਵਾਜਿਆਂ ਵਿੱਚੋਂ ਅਨੇਕਾਂ ਹੀ ਪ੍ਰਕਾਰ ਦੀਆਂ ਰਾਜਸੀ ਤਾਮਸੀ ਸ਼ਾਂਤਕੀ ਸੁਭਾਵਾਂ ਵਾਲੀਆਂ ਆਵਾਜ਼ਾਂ ਨਿਕਲ ਰਹੀਆਂ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕ ਪ੍ਰਕਾਰ ਦੇ ਵਾਜੇ ਨੇ ਅਤੇ ਅਨੇਕ ਪ੍ਰਕਾਰ ਦੀਆਂ ਉਹਨਾਂ ਦੀਆਂ ਨਾਦ ਤਰਜ਼ਾਂ ਨੇ, ਧੁਨੀਆਂ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਅਨੇਕ ਪ੍ਰਕਾਰ ਦੀ ਬਾਜ ਪ੍ਰਗਟਤਾ ਗਮਤਾ ਹੈ ਜਾਂ ਅਨੇਕ ਪ੍ਰਕਾਰ ਦੀਆਂ ਕਿਸਮਾਂ ਦੇ ਬਾਜ ਆਦਿਕ ਪੰਛੀ ਹਨ। ਨਿਮਕ ਨਿਮਕ ਅਨੇਕ ਸਵਾਦ, ਨਿਮਕ ਅੱਖ ਦੇ ਝਮਕਣ ਜਿੰਨੇ ਸਮੇਂ ਦਾ ਨਾਮ ਹੈ। ਮਤਲਬ ਬਹੁਤ ਥੋੜ੍ਹੇ ਤੋਂ ਥੋੜ੍ਹੇ ਸਮੇਂ ਅੰਦਰ ਅਨੇਕਾਂ ਹੀ ਯੋਗਾਨੰਦ ਵਿੱਚ ਪਦਾਰਥਾਂ ਦੇ ਸਵਾਦ ਰਸ ਆਉਂਦੇ ਹਨ। ਇਸੇ ਪ੍ਰਕਾਰ ਅਨੇਕ ਨਾਦ ਅਨੇਕ ਬਾਜ, ਨਿਮਕ ਨਿਮਕ ਅਨੇਕ ਸਵਾਦ, ਜੋ ਅਨੇਕ ਪ੍ਰਕਾਰ ਦੀਆਂ ਕਿਸਮਾਂ ਦੇ ਬਾਜ ਆਦਿਕ ਪੰਛੀ ਹਨ ਜਾਂ ਅਨੇਕ ਪ੍ਰਕਾਰ ਦੇ ਵਾਜੇ ਤੇ ਉਹਨਾਂ ਦੀਆਂ ਆਵਾਜ਼ਾਂ ਨੇ। ਨਿਮਕ ਨਿਮਕ ਕਾਲ ਵਿੱਚ ਅਨੇਕਾਂ ਹੀ ਸਵਾਦ ਪ੍ਰਾਪਤ ਹੋ ਰਹੇ ਹਨ। ਅਨੇਕ ਦੁਖ ਅਨੇਕ ਰੋਗ ਮਿਟਾ ਜਸ ਸੁਣੀ, ਉਸ ਪ੍ਰਭੂ ਦਾ ਜਸ ਸੁਣਨ ਨਾਲ ਅਨੇਕਾਂ ਪ੍ਰਕਾਰ ਦੇ ਦੋਖ ਹੈ ਅਤੇ ਅਨੇਕਾਂ ਪ੍ਰਕਾਰ ਦੇ ਪ੍ਰਤੱਖ ਅਗਿਆਨ ਅਹੰਕਾਰ ਆਦਿਕ ਦੁੱਖ ਉਹ ਮਿਟ ਜਾਂਦੇ ਹਨ। ਨਾਨਕ ਸੇਵਿ ਅਪਾਰ ਦੇਵ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਬਾਰੰਵਾਰ ਤੋਂ ਰਹਿਤ ਪੂਜਨੀਕ ਪ੍ਰਕਾਸ਼ ਰੂਪ ਪਰਮਾਤਮਾ ਦੀ ਟਹਿਲ ਭਗਤੀ ਕਰਕੇ ਤਟ ਹੈ ਖਟ ਹੈ ਬਰਤ ਪੂਜਾ, ਕੀਰਤਨ ਦੇ ਕਿਨਾਰੇ ਬੈਠ ਕੇ ਜਾਪ ਕਰਨਾ, 6 ਸ਼ਾਸਤਰਾਂ ਦਾ ਸਿਧਾਂਤ ਵਾਚਣਾ ਜਾਂ 6 ਕਰਮਾਂ ਵਾਲੇ ਹੋਣ, ਇਕਾਦਸ਼ੀ ਆਦਿਕ ਦੇ ਵਰਤ ਰੱਖਣੇ ਅਤੇ ਜੋ ਤੀਰਥਾਂ ਦੀ ਯਾਤਰਾ ਕਰਨੀ ਆਦਿਕ, ਗਾਵਨ ਭਵਨ ਜਤਰ ਕਰਨ, ਤੀਰਥਾਂ ਦੀ ਯਾਤਰਾ ਆਦਿ ਕਰਨੀ ਸਾਰੇ ਮਹਾਰਾਜ ਕਹਿੰਦੇ ਸਗਲ ਫਲ ਪੁਨੀ, ਸਾਰੇ ਪੁੰਨਾਂ ਦੇ ਫਲ ਪ੍ਰਾਪਤ ਹੋ ਜਾਂਦੇ ਨੇ ਘਰ ਬੈਠਿਆਂ ਹੀ।
ਭਾਵ ਇਹਨਾਂ ਕਰਮਾਂ ਧਰਮਾਂ ਵਿੱਚ ਫਸਣ ਦੀ ਲੋੜ ਨਹੀਂ ਹੈ। ਸਤਿਗੁਰੂ ਦੀ ਸੇਵਾ ਦੁਆਰਾ ਇਹਨਾਂ ਕਰਮਾਂ ਨੂੰ ਪ੍ਰਾਪਤ ਹੋਣ ਵਾਲੇ ਫਲ ਸੁਖੈਨ ਹੀ ਪ੍ਰਾਪਤ ਹੋ ਜਾਂਦੇ ਹਨ। ਇਸ ਤੋਂ ਅੱਗੇ ਅੰਕ ਹਨ ਜਿਹੜੇ ਨਾਨਕਸਰ ਵਾਲੇ ਮਹਾਂਪੁਰਖ ਨੇ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ ਜਾਂ ਛਾਪਦੇ ਨੇ, ਉਹਨਾਂ ਗੁਟਕਿਆਂ ਵਿੱਚ ਵੀ ਲਿਖਿਆ ਹੁੰਦਾ 8-1 8-2। ਇਹ ਗਲਤ ਹੈ। ਜੇ ਇਸ ਤਰ੍ਹਾਂ ਲਿਖਣਾ ਹੁੰਦਾ ਤਾਂ ਭਾਈ ਗੁਰਦਾਸ ਜੀ ਵੀ ਲਿਖ ਦਿੰਦੇ। ਆਪਦੀ ਮਰਜ਼ੀ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਬਾਕੀ ਇਹ ਜਿਹੜੇ ਅੰਕ ਇੱਥੇ ਲਿਖੇ ਨੇ ਇਹ ਕੇਵਲ ਜਾਣਕਾਰੀ ਵਾਸਤੇ ਨੇ, ਇਹਨਾਂ ਨੂੰ ਬੋਲਣਾ ਨਹੀਂ ਹੈ। ਸੁਖਮਨੀ ਸਾਹਿਬ ਦੇ ਵਿੱਚ ਵੀ 8-1 8-2 ਨਹੀਂ ਬੋਲਣਾ, ਉਹ ਤਾਂ ਜਾਣਕਾਰੀ ਹੈ। ਇਹਦੇ ਵਿੱਚ 2 ਅੰਕ ਇਸ ਸ਼ਬਦ ਦਾ ਜੋੜ ਹੈ, 1 ਅੰਕ ਇਸ ਪੜਤਾਲ ਵਾਲੇ ਸ਼ਬਦ ਦਾ ਵਾਚਕ ਹੈ। 57 ਅੰਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੁੱਲ ਟੋਟਲ ਸ਼ਬਦ ਨੇ। 8 ਅੰਕ ਪਹਿਲੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 21 ਅੰਕ ਤੀਸਰੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 7 ਅੰਕ ਚੌਥੇ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ। 57 ਅੰਕ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਜੋੜ ਹੈ ਟੋਟਲ। ਅੱਗੇ 93 ਅੰਕ ਦਾ ਭਾਵ ਹੈ ਕਿ ਕੁੱਲ ਜਦੋਂ ਦਾ ਭੈਰੋ ਰਾਗ ਆਰੰਭ ਹੋਇਆ ਹੈ ਇੱਥੋਂ ਤੱਕ 93 ਸ਼ਬਦ ਆਏ ਨੇ। ਇੱਕ ਪੜਤਾਲ ਆਈ ਹੈ ਪੰਜਵੇਂ ਪਾਤਸ਼ਾਹ ਦੀ, 57 ਪੰਜਵੇਂ ਪਾਤਸ਼ਾਹ ਦੇ ਸ਼ਬਦ ਨੇ। ਬਾਕੀ ਪਹਿਲੇ ਤੀਜੇ ਤੇ ਚੌਥੇ ਸਤਿਗੁਰਾਂ ਦੇ ਸ਼ਬਦਾਂ ਦਾ ਇਹ ਜੋੜ ਲਿਖਿਆ ਹੈ। ਭਾਈ ਗੁਰਦਾਸ ਸਾਹਿਬ ਜੀ ਇੰਨੇ ਸਿਆਣੇ ਨੇ ਕਿ ਇਸ ਜੋੜ ਦੇ ਲਿਖਣ ਦੇ ਨਾਲ ਕੋਈ ਵੀ ਸ਼ਬਦ ਵਿੱਚੋਂ ਵੱਧ ਜਾਂ ਘੱਟ ਨਹੀਂ ਕਰ ਸਕਦਾ। ਜਿਵੇਂ ਇੱਟਾਂ ਜਿਹੜੇ ਉਤਾਰਦੇ ਨੇ, ਭਾਵੇਂ ਪੂਰੀ ਦਾ ਪੂਰਾ ਟਰੱਕ ਹੋਵੇ, ਕੱਲੀ ਕੱਲੀ ਗਿਣਾਂਗੇ ਕਿੰਨਾ ਟਾਈਮ ਲੱਗ ਜਾਊਗਾ। ਉਹਨਾਂ ਨੇ ਧਾਂਗ ਹੀ ਇਸ ਤਰ੍ਹਾਂ ਲਾ ਦੇਣੀ ਹੈ, ਇੱਟਾਂ ਚੇਣੀ ਇਸ ਤਰ੍ਹਾਂ ਦੇਣੀਆਂ ਨੇ ਕਿ 1 ਮਿੰਟ ਤੋਂ ਪਹਿਲਾਂ ਉਹ ਗਿਣਤੀ ਕਰਾ ਦਿੰਦੇ ਵੀ ਆਹ ਵੇਖੋ 1 ਲਾਈਨ 'ਚ ਇੰਨੀਆਂ ਨੇ ਤੇ ਪਿੱਛੇ ਇੰਨੀਆਂ ਲੈਣਾ ਜਾਂਦੀਆਂ ਨੇ ਝਟਪਟ। ਉਹਦੇ ਵਿੱਚੋਂ ਇੱਕ ਵੀ ਕੋਈ ਇੱਟ ਇੱਧਰ ਉੱਧਰ ਨਹੀਂ ਕਰ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਇਹ ਬੜੀ ਸਿਸਟੇਮੈਟਿਕਲੀ ਗੁਰਬਾਣੀ ਨੂੰ ਲਿਖਣਾ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਬੜੇ ਸਿਆਣੇ ਸਨ। ਉਹਨਾਂ ਨੇ ਪੂਰੇ ਸ਼ਬਦਾਂ ਦੀ ਗਿਣਤੀ ਲਿਖੀ ਹੈ। ਗਿਣਤੀ ਸ਼ਬਦਾਂ ਦੀ ਲਿਖੀ ਤੇ ਫਿਰ ਸ਼ਬਦਾਂ ਦੇ ਵਿੱਚ ਜਿਹੜੇ ਚੌਪਦੇ ਉਹ 4-4 ਪਦਿਆਂ ਵਾਲੇ, ਫਿਰ ਇੱਕ ਪਦੇ 'ਚ ਕਿੰਨੀਆਂ ਪੰਕਤੀਆਂ, ਇੱਕ ਪੰਕਤੀ 'ਚ ਕਿੰਨੇ ਅੱਖਰ। ਉਹ ਸਿਰਲੇਖ ਤੋਂ ਸਾਰਾ ਹੀ ਪਤਾ ਲੱਗਦਾ ਵੀ ਇਹ 4 ਪਦਿਆਂ ਵਾਲੇ, ਤੇ ਪਦਿਆਂ ਦੇ ਵਿੱਚ ਪੰਕਤੀਆਂ ਕਿੰਨੀਆਂ, ਸਾਰਾ ਕੁਝ ਗਿਣਤੀ ਮਿਣਤੀ ਦਾ। ਇਹਦੇ ਵਿੱਚੋਂ ਕੋਈ ਵੀ ਸ਼ਬਦ ਤਾਂ ਬੜਾ ਵੱਡਾ ਹੈ, ਕੱਢ ਨਹੀਂ ਸਕਦਾ, ਕੋਈ ਪੰਕਤੀ ਵੀ ਨਹੀਂ ਹਿਲਾ ਸਕਦਾ। ਇਸ ਤਰ੍ਹਾਂ ਇਹ ਬਹੁਤ ਸਿਆਣਪ ਦੇ ਨਾਲ ਗੁਰਬਾਣੀ ਲਿਖਣਾ ਕੀਤੀ, ਉਚਾਰਨਾ ਕੀਤੀ ਹੈ। ਇੱਥੇ ਚੌਪ ਦੇ ਸ਼ਬਦ ਸੰਪੂਰਨ ਹੋਏ ਨੇ, ਪੜਤਾਲ ਵੀ ਸੰਪੂਰਨ ਹੋਈ ਹੈ। ਆਓ ਅੱਗੇ ਨਵਾਂ ਪ੍ਰਕਰਨ ਬਦਲ ਰਿਹਾ ਹੈ। ਪੈਰੋਂ ਅਸ਼ਟਪਦੀਆਂ 8 ਪਦੀਆਂ ਵਾਲੇ ਸ਼ਬਦ। ਅਸ਼ਟਪਦੀਆਂ ਬਹੁਵਚਨ ਪਦ ਹੈ ਅਤੇ ਪਹਿਲੇ ਪਾਤਸ਼ਾਹ ਜੀ ਦੀ ਇੱਕੋ ਹੀ ਅਸ਼ਟਪਦੀ ਹੈ। ਪਰ ਇਹ ਸ਼ੰਕਾ ਨਹੀਂ ਕਰਨੀ ਕਿ ਪਹਿਲੇ ਪਾਤਸ਼ਾਹ ਜੀ ਦੀ ਅਸ਼ਟਪਦੀ ਤਾਂ ਇੱਕ ਹੈ, ਪਰ ਇੱਥੇ ਬਹੁਵਚਨ ਪਦ ਅਸ਼ਟਪਦੀਆਂ ਲਿਖ ਦਿੱਤਾ। ਇਸ ਅਸ਼ਟਪਦੀ ਤੋਂ ਅੱਗੇ ਤੀਜੇ ਪਾਤਸ਼ਾਹ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਉੱਥੇ ਸਿਰਲੇਖ ਵੀ ਸਤਿਗੁਰਾਂ ਨੇ ਅਸ਼ਟਪਦੀਆਂ ਦਾ ਸਿਰਲੇਖ ਨਹੀਂ ਦਿੱਤਾ। ਸੋ ਭਾਵ ਇਹ ਹੈ ਕਿ ਗੁਰੂ ਜੀ ਨੇ ਇੱਥੇ ਹੀ ਬਹੁਵਚਨ ਵਿੱਚ ਅਸ਼ਟਪਦੀਆਂ ਪਦ ਲਿਖ ਦਿੱਤਾ ਹੈ। ਬਾਕੀ ਜੇ ਕੋਈ ਬਹੁਤਾ ਚੁੰਚ ਗਿਆਨੀ ਸਿਰ ਅੜਾਵੇ ਤੇ ਉਹਦੇ ਅਰਥ ਆਪਾਂ ਇਸ ਤਰ੍ਹਾਂ ਕਰਦੇ ਹਾਂ। ਪੈਰੋਂ ਅਸ਼ਟਪਦੀਆ, ਇਹ ਇੱਕ ਅਸ਼ਟਪਦੀ ਆ ਜੇ, ਹੈ ਨੂੰ ਆ ਲਿਖਿਆ ਹੈ। ਪੈਰੋਂ ਰਾਗ ਦੇ ਵਿੱਚ ਇਹ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ
अष्टपदी आ, एक अष्टपदी आ, एक अष्टपदी है। महला पहला पहले पातशाह इको ही अष्टपदी उच्चारण कर रहे ने। घर दूजा दूजे घर सुर ताल दे विच महाराज ये अष्टपदी उचार रहे ने। एक ओंकार एक अद्वितीय ब्रह्म ओंकार सर्वदा प्रकाशक सतगुर प्रसाद जो सतगुਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਤਿਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ, ਜੀਵ ਅਤੇ ਈਸ਼ ਦੀ ਏਕਤਾ ਜਿਸ ਪ੍ਰਕਾਰ ਹੋਵੇ ਕਿਰਪਾ ਕਰੋ। ਤਾਂ ਮਹਾਰਾਜ ਜੀਵ ਈਸ਼ ਦੀ ਏਕਤਾ ਅਭੇਦਤਾ ਵਾਲਾ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਤਮ ਮਹਿਰਾਮਾ ਜੀਵ ਆਤਮਾ ਦੇ ਵਿੱਚ ਰਾਮ ਪਰਮਾਤਮਾ ਵਸਦਾ ਹੈ। ਰਾਮ ਮਹਿ ਆਤਮ ਅਤੇ ਪਰਮਾਤਮਾ ਵਿੱਚ ਜੀਵ ਆਤਮਾ ਵਸਦਾ ਹੈ। ਤੀਨ ਸਗੁਰ ਵਿਚਾਰਾ ਇਹ ਸਿਧਾਂਤ ਗੁਰਾਂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਅਸਾਂ ਨੇ ਜਾਣਿਆ ਹੈ। ਅੰਮ੍ਰਿਤ ਬਾਣੀ ਜਿਸ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਧੁਰ ਕੀ ਬਾਣੀ ਗੁਰਾਂ ਦੀ ਬਾਣੀ ਸ਼ਬਦ ਪਛਾਣੀ ਗੁਰਾਂ ਦੇ ਉਪਦੇਸ਼ ਦੁਆਰਾ ਪਹਿਚਾਨਣਾ ਕੀਤੀ ਹੈ। ਦੁੱਖ ਕਾਟੈ ਹਮਾਰਾ ਉਸ ਦਾ ਆਪਣਾ ਜੰਮਣ ਮਨ ਰੂਪੀ ਦੁੱਖ ਕੱਟਿਆ ਜਾਂਦਾ, ਉਹ ਆਪ ਦਾ ਕੱਟ ਲੈਂਦਾ ਤੇ ਅੰਦਰੋਂ ਹੰਗਤਾ ਮਮਤਾ ਨੂੰ ਨਿਵਰਤ ਕਰ ਲੈਂਦਾ ਹੈ। ਹੰਗਤਾ ਮਮਤਾ ਨੂੰ ਮਾਰ ਕੇ ਉਹ ਆਪਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਲੈਂਦਾ, ਉਹਨੂੰ ਕੱਟ ਲੈਂਦਾ ਹੈ। ਨਾਨਕ ਹੋਮੈ ਰੋਗ ਬੁਰੇ ਮਹਾਰਾਜ ਦੁੱਖ ਕਿਹਨੂੰ ਆਖਿਆ ਹੈ? ਸਤਿਗੁਰੂ ਜੀ ਕਹਿੰਦੇ ਨੇ ਕਿ ਹੰਗਤਾ ਮਮਤਾ ਦੇ ਰੋਗ ਬੜੇ ਬੁਰੇ ਨੇ। ਇਹ ਹੰਗਤਾ ਮਮਤਾ ਦੇ ਰੋਗ ਕਰਕੇ ਜੀਵ ਭੈੜੇ ਸੁਭਾਅ ਵਾਲੇ ਹੋ ਰਹੇ ਹਨ। ਜਹ ਦੇਖਾ ਤਹ ਏਕਾ ਬੇਦਨਾ ਮੈਂ ਜਿੱਥੇ ਵੀ ਵੇਖਣਾ ਕਰਦਾ ਹਾਂ ਉੱਥੇ ਹਰੇਕ ਵਿੱਚ ਇੱਕ ਹਉਮੈ ਦੀ ਹੀ ਪੀੜਾ ਹੈ। ਆਪੇ ਬਖਸ਼ੈ ਸ਼ਬਦ ਤੁਰੇ ਜਿਸ ਨੂੰ ਉਹ ਪ੍ਰਭੂ ਆਪ ਹੀ ਤੁਰੋਂ ਸ਼ਬਦ ਦੁਆਰਾ ਨਾਮ ਦੀ ਦਾਤ ਬਖਸ਼ਦਾ ਹੈ, ਉਸ ਦੀ ਇਹ ਪੀੜਾ ਨਿਵਰਤ ਹੋਣੀ ਹੈ, ਨਿਵਰਤ ਹੋਈ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਪੇ ਪਰਖੇ ਪਰਖਣ ਹਾਰਾ ਪਰਖ ਕਰਨ ਵਾਲੇ ਪਰਮਾਤਮਾ ਨੇ ਆਪ ਹੀ ਗੁਰੂ ਸਰੂਪ ਧਾਰ ਕੇ ਜਿਹੜੇ ਜਗਿਆਸੂ ਪਰਖਣਾ ਕੀਤੇ ਨੇ, ਭਾਵ ਹੰਗਤਾ ਤੋਂ ਰਹਿਤ ਵੇਖੇ ਨੇ। ਬਹੁਰ ਸੁਲਾਕ ਨਾ ਹੋਈ ਉਹਨਾਂ ਨੂੰ ਮੁੜ ਕੇ ਕਿਸੇ ਪ੍ਰਕਾਰ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਹੈ। ਨੈਨ ਕਉ ਨਦਰ ਪਾਈ ਗੁਰ ਮੇਲੇ ਸੁਲਾਕ ਦਾ ਮਤਲਬ ਕੀ ਹੈ? ਖੋਟਾ ਖਰਾ ਸੋਨਾ ਵੇਖਣ ਵਾਸਤੇ ਤਿੱਖੀ ਨੋਕ ਦੇ ਸੂਏ ਦੇ ਨਾਲ ਛੇਕ ਕਰਕੇ ਜਾਂਚ ਕੀਤੀ ਜਾਂਦੀ ਹੈ। ਇਉਂ ਭਾਵ ਦੁੱਖ ਜਾਂ ਪਰਖ ਤੋਂ ਲਿਆ ਜਾਂਦਾ। ਉਹਨਾਂ ਜਗਿਆਸੂਆਂ ਦੀ ਦੁਬਾਰਾ ਕੋਈ ਪਰਖ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੁੰਦਾ ਹੈ। ਜਿਨ ਕੋ ਨਦਰ ਭਈ ਗੁਰ ਮੇਲੇ, ਜਿਨ੍ਹਾਂ ਨੂੰ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਉਹ ਗੁਰਾਂ ਨੇ ਪ੍ਰਭੂ ਨਾਲ ਮੇਲ ਦਿੱਤੇ ਹਨ। ਰੱਬ ਭਾਣਾ ਸੱਚ ਸੋਈ ਜਿਨ੍ਹਾਂ ਨੂੰ ਪ੍ਰਭੂ ਭਾ ਗਿਆ ਹੈ ਜਾਂ ਜਿਹੜੇ ਪ੍ਰਭੂ ਨੂੰ ਭਾ ਗਏ ਨੇ, ਉਹ ਸੱਚ ਸਰੂਪ ਹੀ ਹੋ ਗਏ ਹਨ। ਪੌਣ ਬਾਣੀ ਬੈ ਸੰਤਰ ਰੋਗੀ ਹਵਾ ਪਾਣੀ ਅਤੇ ਅੱਗ ਵੀ ਰੋਗ ਸਹਿਤ ਹਨ। ਇਸੇ ਪ੍ਰਕਾਰ ਪੌਣ ਬਾਣੀ ਬੈ ਸੰਤਰ ਰੋਗੀ ਪੌਣ ਦੇਵਤਾ, ਪਾਣੀ ਦੇਵਤਾ ਤੇ ਅਗਨ ਦੇਵਤਾ ਵੀ ਹਉਮੈ ਦੇ
ਰੋਗ ਸਹਿਤ ਹਨ। ਜਿਵੇਂ ਪ੍ਰਸੰਗ ਆਉਂਦਾ ਹੈ ਕਿ ਇਹਨਾਂ ਤਿੰਨਾਂ ਦੇਵਤਿਆਂ ਨੂੰ ਇੰਦਰ ਦੇ ਸਹਿਤ ਹੰਕਾਰ ਹੋ ਗਿਆ ਕਿ ਸਾਡੇ ਵਰਗਾ ਹੋਰ ਕੋਈ ਬਲੀ ਹੋਈ ਨਹੀਂ ਹੈ। ਤਦੋਂ ਇਹਨਾਂ ਦਾ ਹੰਕਾਰ ਤੋੜਨ ਲਈ ਭਗਵਾਨ ਨੇ ਦੇਵ ਸਰੂਪ ਧਾਰ ਕੇ ਇਹਨਾਂ ਦੇ ਹੰਕਾਰ ਦੀ ਨਿਵਰਤੀ ਕੀਤੀ। ਇਹ ਸਾਖੀ ਸੋ ਕਿਤੇ ਹੋਰ ਆਪਾਂ ਵਿਚਾਰਾਂਗੇ। ਮਹਾਰਾਜ ਨੇ ਵੀ ਲਿਖਿਆ, ਗਾਵਹਿ ਤੋਹਨੁ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਇਸੇ ਪ੍ਰਕਾਰ ਪੌਣ ਪਾਣੀ ਬੈਸੰਤਰ ਰੋਗੀ। ਪੌਣ ਦੀ ਤਰ੍ਹਾਂ ਰਜੋ ਗੁਣੀ, ਪਾਣੀ ਦੀ ਤਰ੍ਹਾਂ ਸਤੋ ਗੁਣੀ ਤੇ ਬੈਸੰਤਰ ਦੀ ਤਰ੍ਹਾਂ ਤਮੋ ਗੁਣੀ ਸਭ ਜੀਵ ਰੋਗੀ ਹਨ। ਰੋਗੀ ਧਰਤ ਸਫੋਗੀ। ਅਨੇਕਾਂ ਭੋਗਾਂ ਪਦਾਰਥਾਂ ਦੇ ਸਹਿਤ ਹੋਣ ਵਾਲੀ ਧਰਤੀ ਜੜਪੁਣਾ ਹੋਣ ਕਰਕੇ ਰੋਗੀ ਹੈ, ਜਾਂ ਕਲਰਪੁਣਾ ਹੋਣ ਰੋਗੀ ਹੈ। ਮਾਤ ਪਿਤਾ ਮਾਇਆ ਦੇਹ ਸੇ ਰੋਗੀ। ਜੋ ਮਾਂ ਪਿਓ ਅਤੇ ਮਾਇਆ ਦੇ ਸਹਿਤ ਧਾਰਨ ਕੀਤੀਆਂ ਸਾਰੀਆਂ ਦੇਹਾਂ ਨੇ ਉਹ ਵੀ ਰੋਗੀ ਹਨ। ਜਾਂ ਇਸੇ ਪ੍ਰਕਾਰ ਮਾਤ ਪਿਤਾ ਮਾਇਆ ਦੇਹ ਸੇ ਰੋਗੀ। ਜੋ ਮਾਇਆ ਦੇਹ ਭਾਵ ਮਾਇਆ ਮੰਗਣ ਦੀ ਇੱਛਾ ਹੈ। ਵੀ ਮਾਇਆ ਦੇ ਕਈਆਂ ਦਾ ਸੁਭਾਅ ਹੁੰਦਾ ਮੰਗੀ ਜਾਣਾ, ਇਹ ਵੀ ਇੱਕ ਰੋਗ ਹੀ ਹੈ ਬੰਦੇ ਨੂੰ ਲੱਗਾ ਹੋਇਆ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਸੰਤੋਖ ਤੋਂ ਬਿਨਾਂ ਕਿਸੇ ਨੂੰ ਵੀ ਰੱਜ ਨਹੀਂ ਆਉਂਦਾ ਹੈ। ਸੋ ਜਦ ਕਹਿ ਦਿੱਤਾ ਦੇ ਤੇ ਸਮਝ ਲਓ ਇਨਸਾਨ ਖਤਮ ਹੀ ਹੋ ਗਿਆ। ਫਰੀਦ ਸਾਹਿਬ ਦਾ ਇਹ ਬਚਨ, ਇਹ ਅਰਦਾਸ ਹੈ ਕਿ ਹੇ ਵਾਹਿਗੁਰੂ ਜੀ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇਹ। ਮੈਨੂੰ ਪਰਾਏ ਦੀਆਂ ਬਰੂਹਾਂ ਤੇ ਬੈਠਣਾ ਇਹ ਮੇਰੇ ਮਾਲਕਾ ਨਾ ਦੇ। ਤੇਰੇ ਗੁਰਦੁਆਰੇ ਹੀ ਅਸੀਂ ਬੈਠੇ ਸੋਭਾ ਪਾਉਂਦੇ ਹਾਂ। ਇੱਥੇ ਭਾਵੇਂ ਭੁੱਖੇ ਭਾਵੇਂ ਘੱਟ ਮਿਲੇ, ਜਿਸ ਤਰ੍ਹਾਂ ਮਰਜ਼ੀ ਹੈ, ਇੱਥੇ ਸਭ ਕੁਝ ਵਧੀਆ ਹੈ। ਕਬੀਰ ਸਮੁੰਦ ਨਾ ਛੋਡੀਐ, ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੋੜ ਤੇ ਭਲੋ ਨਾ ਕਹਿ ਹੈ ਕੋਈ। ਛੱਪੜਾਂ ਛੱਪੜਾਂ ਚ ਲੱਭਦਿਆਂ ਕੋਈ ਚੰਗਾ ਨਹੀਂ ਆਖੇਗਾ। ਸਮੁੰਦਰ ਨਹੀਂ ਛੱਡਣਾ ਚਾਹੀਦਾ ਜਿੰਨਾ ਮਰਜ਼ੀ ਉਹ ਮਾੜਾ ਹੋਵੇ। ਭਾਵੇਂ ਸਮੁੰਦਰ 'ਚ ਇਸ਼ਨਾਨ ਕਰਨ ਵੜੀਏ ਤੇ ਪੈਰ ਜ਼ਖਮੀ ਹੋ ਜਾਂਦੇ ਨੇ, ਪੱਥਰ ਛੋਟੇ ਛੋਟੇ ਵੱਜ ਵੱਜ ਕੇ, ਭਾਵੇਂ ਉਹਦੇ 'ਚ ਰੇਤ ਵੀ ਹੈ, ਭਾਵੇਂ ਮੱਛੀਆਂ ਵੀ ਤੁਰੀਆਂ ਫਿਰਦੀਆਂ, ਪਾਣੀ ਬੜਾ ਕੌੜਾ ਖਾਰਾ। ਤੋ ਇਸ ਤਰ੍ਹਾਂ ਇੱਥੇ ਕੁੜੱਤਣ ਵੀ ਹੈ। ਸੁਭਾਅ ਵੱਖੋ ਵੱਖਰੇ ਨੇ ਸਭਨਾਂ ਦੇ, ਜੋ ਮਰਜ਼ੀ ਹੈ, ਪਰ ਸਮੁੰਦਰ ਤਾਂ ਸਮੁੰਦਰ ਹੀ ਹੈ, ਛੱਪੜ ਛੱਪੜ ਹੀ ਹੈ। ਇਸ ਲਈ ਕਿਸੇ ਹੋਰ ਪਰਾਏ ਦੇਵੀ ਦੇਵਤੇ, ਪੀਰ ਫਕੀਰ ਜਾਂ ਕਿਸੇ ਹੋਰ ਮਾਨਵ ਕੀ ਟੇਕ ਬ੍ਰਿਥੀ ਸਭ ਜਾਣ। ਮੈਂ ਤਾਂ ਕਈ ਵਾਰੀ ਵੀ ਸੋਚਦਾ ਹੁੰਦਾ, ਮਨ ਕਾਲਾ ਪੈ ਜਾਂਦਾ। ਦਰਬਾਰ ਸਾਹਿਬ ਮੰਨ ਲਓ ਜਾਓ, ਉੱਥੇ 1.5 ਘੰਟਾ ਤਾਂ ਦਰਸ਼ਨੀ ਡਿਊਟੀ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਖੜੇ ਹੀ ਰਹਿਣਾ ਪੈਂਦਾ ਇੱਕ ਲੱਤ ਤੇ। ਕਈ ਵਾਰ ਮਨ ਕਾਲਾ ਪੈ ਜਾਂਦਾ ਵੀ ਇੱਥੇ ਕਿਉਂ ਖਲੋਤੇ ਆ। ਜੇ ਬੰਦਾ ਸੋਚੇ ਵੀ ਹੋਰਨਾਂ ਜਗ੍ਹਾ ਤੇ ਕੋਈ ਕੰਮ ਕਰਾਉਣਾ ਹੋਵੇ ਤੇ ਵੇਖੋ ਆ ਟਿਕਟ ਹੀ ਲੈਣੀ ਹੈ, ਗੱਡੀ ਫੜਨੀ ਹੈ ਤੇ ਬੰਦਾ ਉੱਥੇ ਖੜਾ ਖੜੋਤਾ ਸੁੱਕ ਜਾਂਦਾ। ਜੇ 3 ਘੰਟਿਆਂ ਬਾਅਦ ਵਾਰੀ ਆਈ ਹੈ ਤੇ ਉਹ ਚਾਹ ਪੀਣ ਤੁਰ ਜਾਂਦੇ, ਫਿਰ ਕਦੀ ਰੋਟੀ ਦਾ ਟਾਈਮ ਹੋ ਜਾਂਦਾ। ਜੇ ਟਿਕਟਾਂ ਹੀ ਮੁੱਕ ਗਈਆਂ ਫਿਰ ਬੰਦਾ ਕੀ ਕਰੂਗਾ। ਉੱਥੇ ਖਲੋਤੇ ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਵੀ ਇਹੋ ਜਿਹੀ ਲਾਈਨ 'ਚ ਨਾ ਲਾਈ। ਜਦੋਂ ਵਾਰੀ ਆਵੇ ਤੇ ਕਹੇ ਤੁਹਾਡੀ ਲਾਈਨ ਆ ਨਹੀਂ ਗਈ, ਤੁਹਾਡੀ ਤਾਂ ਦੂਜੀ ਸੀਗੀ। ਕਿਤੇ ਹਸਪੀਟਲ ਦੀ ਲਾਈਨ 'ਚ ਨਾ ਲੱਗਣਾ ਪਵੇ। ਇਸ ਤਰ੍ਹਾਂ ਕੋਈ ਪਰੇਸ਼ਾਨੀ ਵਾਲੀ ਗੱਲ ਨਾ ਪਏ, ਇੱਥੇ ਖਲੋਣਾ ਚੰਗਾ ਹੈ। ਇਸ ਵਾਸਤੇ ਇਸ ਜਗ੍ਹਾ ਤੇ ਕਈ ਚਿੰਤਾਵਾਂ, ਕਈ ਦੁੱਖ ਕਲੇਸ਼, ਕਈ ਬਦ ਬਲਾਵਾਂ ਨਾਸ਼ ਹੁੰਦੀਆਂ ਨੇ। ਹੋਰ ਕਿਤੇ ਤਰਲਾ ਮਾਰਨ ਦੀ ਬਜਾਏ ਤੁਸੀਂ ਇੱਥੇ ਤਰਲੇ ਮਾਰੋ, ਗੁਰੂ ਸਾਹਿਬ ਕਿਰਪਾ ਕਰਦੇ ਹਨ।
मानव की टेक बृथी सब जान, देवन को एक है भगवान। सरकारी काम करवाना होवे फिर मार मार के जुत्ती कस जाती है, बंदा खफे हो जाता। कई बार तो कहते अग लाओ पर फैल नो, एक सेकेंड का काम है, वो बंदे परेशानी बहुत करते हैं क्योंकि पैसे रिश्वत उस तरह मिलती नहीं जे सीधा डीलिंग कर लैन। कई विच विचोले उन्हें रखे होंगे, वो इहो जी जगह परेशान होने नालों इत्थों की परेशानी मैं तो कहता भी वधिया है। बाहर धक्के खाण नालों जे 2-4 बार संगत का धक्का भी लग गया भुलेखे नाल ते इहदे च कोई हर्ज नहीं, पा भी चढ़े न। तो इसलिए महाराज कथन करते हैं मात पिता माया देह से रोगी, जो मां प्यो ते माया दे सहित धारण कीतियां सारियां देहां ने वो भी रोगी होई हन। फरीदा बार पराया बैसना, साई मुझे ना दे जे तू एवं रखसी, जियो शरीरों ले। जो माया दे, माया मंगण की इच्छा है, एक रोग है, एक बीमारी है। कबीर जी वेखो भुखे रह के गुजारा कर गए पर उन्हें मंगना पसंद नहीं किया। पंडित नूं 100 लाहनतां पाईयां भी तूं मारी जा, ते जोत दा ही घिओ पी जांदे ने। इउं किसी दी 100 सुखना हुंदी है। गुरु नानक साहब सच्चे पातशाह ने भी खरियां सुनाइयां हन कि जिहड़ा तां दान देण वाला है ते वो तां कहिंदे कि नरकां नूं जावेगा ते लैंदे स्वर्ग। जिहड़ा लैण वाला मतलब ये पंडित तूं अपने आप नूं कहंदा मैं स्वर्गां नूं जाऊंगा, जे तू अगले नूं माड़ा कहंदा है फिर तू उहदा दान भी ना लै। तो इस तरीके दे नाल गुरु साहिब ने बाणी विच अनेकां ही पंक्तियां शब्द पखंड दे खंडन लई उचारे हन। सो जिहड़ा किसी नूं कहना कि मैनूं दे आप दे मतलब हल करन लई किसी अगे तरला मारना ये विवर्जित है धर्म दे अकॉर्डिंग। सो मर्यादा दे विच कायम रहण दी आग्या है। रोगी कटंब संजोगी, ਅਤੇ जिन्ने परिवार दे टब्बर दे मिलापी ने वो भी सारे रोगी होई हन। रोगी ब्रह्मा विष्णु सुरदरा, ब्रह्मा विष्णु सहित शिव जी दे रोगी ने। भाव इन्हां वड्डे देवतियां नूं भी काम आदिक विकारां दे रोग लगे ने। भाव ब्रह्मा अपनी पुत्री दे ਸਰੂਪ ਉੱਪਰ ਹੀ ਮੋਹਿਤ ਹੋ ਗਿਆ ਸੀ। ਵਿਸ਼ਨੂੰ ਭਗਵਾਨ ਨੇ ਜਲੰਧਰ ਨੈਣ ਦੀ ਘਰਵਾਲੀ ਦਾ ਸੱਤ ਤੋੜ ਦਿੱਤਾ ਸੀ ਤੇ शिव जी ने मोहनी अवतार के पिछे लग के अपना जसद गवा लिया सी। इस प्रकार सारा महाराज कहते ने रोगी सगल संसारा, सारा टब्बर सारा जगत ही इन्हां विकारां हौमे आदिक दा रोगी है। परिवार के मैंबर भी लोभी ने, लालची ने, हंकारी ने ते विकारी हैं। तो इसलिए इन्हां तो भी बचना, आपका बचाव करना बड़ा कठिन है। सो सगे भरा नूं भरा ठगदा, सगी भैन ने नाल ठगी मारदा, भैन भरावां नूं ठगना चाहुंदी है। इस तरीके दे नाल माँ प्यो चाहुंदे ने भी धीआं पुत्रां दा सब कुछ असीं सांभी रखीए। जिस तरह पता नहीं एक ते चुक के लिजाना हुंदा ते धीआं पुत कहंदे ने भी इन्हां दे हत्थ कुछ ना आवे। सो नौ सस तो लुकाउंदी है, सस नौ तो ओला रखती है। टब्बर इको ही है। बैंड बाजियां ने नच के गा के 50-50 लाख रुपया रोड़ के फिर घर लियांदियां ते उन्हां नाल दुविधा पाई हुई है, झगड़ा पाया। बंदा पुछे जे पहला झगड़ना सी, जे बाद में झगड़ना सी ते पहले ही सोचते लियाउंदे ही ना। तो इसलिए महाराज कहते भी सारे ही रोगी हैं। लड़ाइयां झगड़े रोगों का ही कारण हैं। ये हौमे का रोग है। हर पद चीन पैसे मुक्ते, जिन्होंने
ਪਰਮਾਤਮਾ ਦੀ ਪਦਵੀ ਨੂੰ ਪਹਿਚਾਣਿਆ, ਭਾਵ ਆਪਣੇ ਸਰੂਪ ਨੂੰ ਪਹਿਚਾਣ ਲਿਆ, ਉਹ ਕਲਿਆਣ ਨੂੰ ਪ੍ਰਾਪਤ ਹੋਏ ਹਨ। ਗੁਰ ਕਾ ਸ਼ਬਦ ਵਿਚਾਰਾ, ਕਿਉਂਕਿ ਉਹਨਾਂ ਨੇ ਗੁਰੂ ਦਾ ਉਪਦੇਸ਼ ਵਿਚਾਰਨਾ ਕੀਤਾ ਹੈ। ਰੋਕੀ ਸਾਤ ਸਮੁੰਦ ਨਦੀਆਂ, ਸਹਿਤ ਨਦੀਆਂ ਦੇ ਸੱਤੇ ਸਮੁੰਦਰ ਦੇ ਅਧਿਆਖ ਦੇ ਉੱਤੇ ਵੀ ਹੰਕਾਰ ਰੂਪੀ ਰੋਗ ਦੇ ਗ੍ਰਸੇ ਹੋਏ ਹਨ। ਖੰਡ ਪਤਾਲ ਸਿਰੋਗ ਪਰੇ, ਉਹ 9 ਖੰਡ ਤੇ 7 ਪਤਾਲ ਨੇ ਸੇ ਉਹ ਵੀ ਹਉਮੈ ਦੇ ਰੋਗ ਨਾਲ ਭਰੇ ਪਏ ਨੇ, ਜਾਂ ਖੰਡ ਪਤਾਲ ਤੇ 3 ਲੋਕ ਵੀ ਹੰਕਾਰ ਰੂਪ ਰੋਗ ਨਾਲ ਭਰੇ ਹੋਏ ਹਨ। ਹਰ ਕੇ ਲੋਕ ਸੇ ਸੱਚ ਸੁਹੇਲੇ, ਜੋ ਹਰੀ ਪ੍ਰਮਾਤਮਾ ਦੇ ਲੋਕ ਜਨ ਭਾਵ ਸੰਤ ਮਹਾਤਮਾ ਨੇ, ਉਹ ਸੱਚੇ ਨਾਮ ਦੇ ਸਿਮਰਨ ਦੁਆਰਾ ਸੁਖੀ ਹੋਏ ਹਨ। ਸਰਬੀ ਥਾਈ ਨਦਰ ਕਰੇ, ਉਹਨਾਂ ਉੱਪਰ ਸਾਰੀਆਂ ਥਾਵਾਂ ਵਿੱਚ ਹੀ ਪ੍ਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਕੀ ਖੰਡ ਦਰਸ਼ਨ ਭੇਖ ਤਾਰੀ, 6 ਭੇਖਾਂ ਵਾਲੇ ਭੇਖਾਂ ਨੂੰ ਤਾਰਨ ਦੇ ਹੰਕਾਰ ਰੋਗ ਦੇ ਗ੍ਰਸੇ ਹੋਏ ਹਨ। ਸਾਨੂੰ ਚੋਲੇ ਦਾ ਹੀ ਹੰਕਾਰ ਹੈ, ਆਪਾਂ ਵੀ ਨਾ ਭੇਖ ਧਾਰੀ ਹੋਈ ਹਾਂ, ਦੂਜਿਆਂ ਨੂੰ ਕਹੀ ਜਾਂਦੇ ਆ। ਸੋ ਬਾਬਿਆਂ ਨੂੰ ਆਪਦੇ ਬਾਬੇ ਬਣੇ ਦਾ ਹੀ ਹੰਕਾਰ ਹੈ ਵੀ ਅਸੀਂ ਵੱਡੇ ਹਾਂ, ਬਾਕੀ ਤਾਂ ਬਸ ਐਵੇਂ ਹੀ ਤੁਰੇ ਫਿਰਦੇ ਨੇ, ਗੋਡੀ ਹੱਥ ਲਵਾਉਣਾ, ਮੱਥੇ ਟਿਕਾਉਣੇ। ਬੰਦਾ ਪੁੱਛੇ ਵੀ ਤੂੰ ਮਿੱਟੀ ਦੀ ਬੋਰੀ ਹੈ, ਮਿੱਟੀ ਦੀ ਬੋਰੀ ਨੂੰ ਮੱਥਾ ਬੜਾ ਟੇਕਣ ਦਾ ਮਤਲਬ ਕੀ ਹੋਇਆ? ਤੂੰ ਕਹਿ ਵੀ ਮਹਾਰਾਜ ਨੂੰ ਨਮਸਕਾਰ ਕਰੋ, ਆਪਦੀ ਸੇਵਾ ਕਰਾਉਣ ਦਾ ਭਾਵ ਕੀ ਹੋਇਆ? ਗੁਰੂ ਜੀ ਦੀ ਸੰਗਤ ਦੀ ਸੇਵਾ ਹੋਣੀ ਚਾਹੀਦੀ ਹੈ। ਕਿ ਉਹ ਮਿੱਟੀ ਦਾ ਮਾਧੋ ਆਪਦੇ ਹੀ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ। ਸੋ ਜਿਹੜੇ ਗ੍ਰਸਤੀ ਨੇ ਉਹਨਾਂ ਤੋਂ ਬਾਬੇ ਆਪਦੇ ਆਪ ਨੂੰ ਵੱਡੇ ਸਮਝਦੇ ਵੀ ਆਪਾਂ ਦੇ ਬਾਣਾ ਪਾਇਆ ਜੀ, ਤੋ ਕਿਸੇ ਨੂੰ ਅੱਖਾਂ ਹੇਠ ਨਹੀਂ ਲਿਆਉਂਦੇ। ਇਉਂ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਭੇਖਧਾਰੀ ਨੇ ਉਹਨੂੰ ਭੇਖਾਂ ਦਾ ਆਪਦੇ ਹੰਕਾਰ ਦਾ ਰੋਗ ਲੱਗਾ ਹੋਇਆ ਹੈ। ਨਾਨਾ ਹਠੀ ਅਨੇਕਾਂ, ਅਨੇਕ ਤਰ੍ਹਾਂ ਦੇ ਹਠ ਜ਼ਿੱਦ ਕਰਨ ਵਾਲੇ ਅਨੇਕਾਂ ਹਠ ਕਰਕੇ ਹੰਕਾਰ ਦੇ ਰੋਗੀ ਹੋਏ ਹਨ। ਵੇਦ ਗਤੇ ਕਰਹ ਕਹਿ ਬਪਰੇ, ਉਹ ਵਿਚਾਰੇ ਚਾਰੇ ਵੇਦਾਂ ਦੇ ਚਾਰੇ ਕਰੀਬਾਂ ਨੂੰ ਪੜ੍ਹ ਕੇ ਕੀ ਕਰ ਸਕਦੇ ਹਨ? ਨਹਿ ਪੂਜਾ ਇਕ ਏਕਾ, ਜਦ ਇੱਕ ਅਦੁੱਤੀ ਬ੍ਰਹਮ ਦੇ ਵਿੱਚ ਏਕਤਾ ਪਾਉਣੀਓ ਹੀ ਨਹੀਂ ਬੁੱਝਦੇ, ਜਾਂ ਇੱਕੋ ਹੀ ਨਿਰਗੁਣ ਸਰੂਪ ਹੈ ਤੇ ਇੱਕੋ ਹੀ ਸਰਗੁਣ ਸਰੂਪ ਹੈ, ਇਸ ਭੇਦ ਨੂੰ ਨਹੀਂ ਬੁੱਝਦੇ। ਮਿੱਠ ਰਸ ਖਾਏ ਸੋ ਰੋਗ ਪਰੀ ਜਾਏ, ਜੋ ਮਿੱਠੇ ਭੋਜਨ ਮਿੱਠੇ ਪਦਾਰਥ ਖਾਣੇ ਨੇ ਉਸ ਕਰਕੇ ਵੀ ਰੋਗਾਂ ਦੇ ਨਾਲ ਭਰ ਜਾਈਦਾ ਹੈ। ਕਿਸੇ ਵੀ ਕੰਮ ਦੀ ਲਿਮਟ ਹੁੰਦੀ ਹੈ, ਕਿਸੇ ਵੀ ਚੀਜ਼ ਦੀ ਲਿਮਟ ਹੁੰਦੀ, ਦਵਾਈ ਤੇ ਵੀ ਲਿਖਿਆ ਹੁੰਦਾ ਇੰਨੀ ਮਾਤਰਾ ਲੈਣੀ ਹੈ। ਸੋ ਹਰੇਕ ਇਨਸਾਨ ਦੀ ਆਪੋ ਆਪਣੀ ਖੁਰਾਕ ਹੈ। ਜੇ ਆਪਾਂ ਭੁੱਖ ਤੋਂ ਵੱਧ, ਲੋੜ ਤੋਂ ਵੱਧ ਬਹੁਤਾ ਹੀ ਮਿੱਠਾ ਖਾਈ ਜਾਵਾਂਗੇ, ਮਿੱਠੇ ਦੀ ਜ਼ਰੂਰਤ ਵੀ ਹੈ। ਕਿਸੇ ਦੀ ਮੰਨ ਲਓ ਸ਼ੂਗਰ ਘਟ ਗਈ ਹੈ ਤੇ ਬੰਦਾ ਚੜ੍ਹਾਈ ਕਰ ਸਕਦਾ ਹੈ। ਪਟਨਾ ਸਾਹਿਬ ਇੱਕ ਗੁਰਮੁਖ ਪਿਆਰੇ ਅਰਦਾਸ ਕਰਦੇ ਕਰਦੇ ਪੰਜੇ ਡਿੱਗ ਪਏ, ਲਾਈਵ ਤੇ ਚੱਲ ਰਿਹਾ ਸੀ, ਲੋਕਾਂ 'ਚ ਹਵਾੜਾ ਉੱਡਿਆ ਵੀ ਚੜ੍ਹਾਈ ਕਰ ਗਿਆ। ਫਿਰ ਉਹਨਾਂ ਦੱਸਿਆ ਵੀ ਇਸ ਤਰ੍ਹਾਂ ਨਹੀਂ ਕੁਛ ਵੀ ਹੁੰਦਾ, ਸ਼ੂਗਰ ਘਟ ਗਈ ਤੇ ਚੱਕਰ ਆ ਗਿਆ ਤੇ ਡਿੱਗ ਪਏ। ਕੜਾ ਪ੍ਰਸ਼ਾਦ ਖਵਾਤਾ ਉਹਨਾਂ ਨੂੰ, ਪਤਾਸਾ ਖਵਾਤਾ, ਫਿਰ ਉੱਠ ਕੇ ਖੜੇ ਹੋ ਗਏ। ਐਨਰਜੀ ਵੀ ਹੈ, ਤਾਕਤ ਵੀ ਹੈ, ਜ਼ਿੰਦਗੀ ਵੀ ਇਹਨਾਂ ਚੀਜ਼ਾਂ 'ਚ। ਲੂਣ ਹੈ, ਜੇ ਨਾ ਖਾਵਾਂਗੇ ਤੇ ਬੰਦਾ ਸੱਪ ਨੂੰ ਦੰਦੀ ਵੱਢ ਦੇ ਉਹ ਮਰ ਜਾਊਗਾ, ਇੰਨੀ ਜ਼ਹਿਰ ਫੈਲ ਜਾਂਦੀ ਹੈ ਇਨਸਾਨ ਦੇ ਵਿੱਚ। ਲੂਣ ਦੇ ਨਾਲ ਮੇਨਟੇਨ ਰਹਿੰਦਾ ਸਭ ਕੁਛ। ਤੋ ਜੇ ਵੱਧ ਖਾਵਾਂਗੇ ਤੇ ਬਲੱਡ ਪ੍ਰੈਸ਼ਰ ਹਾਈ ਹੈ। ਤੋ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਰੱਬ ਨੇ ਬਣਾਈਆਂ ਤਾਈਓ ਨੇ। ਤੇ ਪਰ ਜੇ ਲਿਮਟ ਤੋਂ ਵੱਧ ਕੁਛ ਵੀ ਮਾੜਾ, ਭਾਵੇਂ ਮਿੱਠਾ ਤੇ ਭਾਵੇਂ ਲੂਣ। ਸੋ ਗੱਲ ਤਾਂ ਇੱਥੇ ਰਸਾਂ ਦੀ ਚੱਲ ਰਹੀ ਹੈ। ਜ਼ਬਾਨ ਦੇ ਸਵਾਦ ਹਿੱਤ ਲਾਲਚ ਖਾਤਰ ਜਿਹੜਾ ਬੰਦਾ ਮਿੱਠੇ ਹੀ ਪਦਾਰਥ ਖਾਈ ਜਾਂਦਾ ਦਿਨੇ ਅਤੇ ਰਾਤ,
ਉਸ ਕਰਕੇ ਵੀ ਰੋਗਾਂ ਦੇ ਨਾਲ ਭਰ ਜਾਈਦਾ ਹੈ। ਸ਼ੂਗਰ ਇਨਸਾਨ 'ਚ ਹੋਣੀ ਚਾਹੀਦੀ ਹੈ ਤੇ ਪਰ ਉਹ ਲਿਮਟ ਤੋਂ ਵੱਧ ਜਾਂਦੀ ਹੈ, ਉਹ ਫਿਰ ਰੋਗ ਦਾ ਕਾਰਨ ਬਣਦੀ ਹੈ। ਕੰਦ ਮੂਲ ਸੁਖ ਨਾਹੀ, ਅਤੇ ਕਈ ਕਹਿੰਦੇ ਆਪਾਂ ਰੋਟੀ ਨੂੰ ਨਹੀਂ ਖਾਂਦੇ, ਫਲ ਫੁੱਲ ਖਾਣ ਨਾਲ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਨਾਮ ਵਿਸਾਰ ਚਲਹਿ ਅਨਮਾਰਗ, ਜੋ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਹੋਰ ਦਵੈਤ ਦੇਵੀ ਦੇਵਤਿਆਂ ਦੇ ਰਸਤੇ ਉੱਪਰ ਚੱਲਦੇ ਨੇ, ਅੰਤ ਕਾਲ ਪਛਤਾਹੀ, ਉਹ ਅਖੀਰ ਦੇ ਸਮੇਂ ਵਿੱਚ ਪਛਤਾਤਾਪ ਹੀ ਕਰਦੇ ਰਹਿੰਦੇ ਹਨ। ਤੀਰਥ ਪਰਮ ਰੋਗ ਨ ਛੁਟਸ, ਅਨੇਕਾਂ ਤੀਰਥਾਂ ਪਰ ਭਰਮਣ ਨਾਲ ਹੀ ਹਉਮੈ ਆਦਿਕ ਦਾ ਰੋਗ ਛੁੱਟਦਾ ਨਹੀਂ ਹੈ। ਪੜਿਆ ਬਾਦ ਵਿਵਾਦ ਪਿਆ, ਅਨੇਕ ਤਰ੍ਹਾਂ ਦੀ ਪੜ੍ਹਾਈ ਨੂੰ ਪੜ੍ਹਨ ਨਾਲ ਵੀ ਵਿਅਰਥ ਝਗੜਾ ਹੀ ਹੋਣਾ ਹੁੰਦਾ ਹੈ। ਜੇਤਾ ਪੜ੍ਹਿਆ ਤੇਤਾ ਕੜਿਆ, ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਪੜ੍ਹਾਈ ਵਾਲੇ ਸਿਰ ਅਡਾਉਂਦੇ ਨੇ, ਝਗੜਿਆਂ ਵਿੱਚ ਪੈਂਦੇ ਨੇ, ਆਪਣੇ ਮਤ ਦਾ ਮੰਡਣ ਤੇ ਪਰਾਏ ਮਤ ਦਾ ਖੰਡਨ ਦੇ ਨਾਮ ਨੂੰ ਝਗੜਾ ਕਹਿੰਦੇ ਨੇ। ਭਾਵ ਅਨੇਕਾਂ ਤਰ੍ਹਾਂ ਦੀ ਪੜ੍ਹਾਈ ਨੂੰ ਪੜ੍ਹਨ ਨਾਲ ਵੀ ਰੋਗ ਨਹੀਂ ਮਿਟਦਾ। ਵਕੀਲਾਂ ਦਾ ਇਹੀ ਕੰਮ ਹੈ, ਸੱਚੇ ਬੰਦੇ ਨਾਲ ਸਿਰ ਅਡਾਈ ਜਾਣਗੇ ਝੂਠੇ ਕੋ ਪੈਸੇ ਲੈ ਕੇ, ਪਰ ਸਿੱਧ ਕਰਨ ਦੇਣਗੇ ਕਿ ਸੱਚਾ ਨਹੀਂ ਝੂਠਾ ਹੈ, ਪੈਸੇ ਜੋ ਲਏ ਨੇ। ਇਹੋ ਜਿਹੀ ਪੜ੍ਹਾਈ ਅੱਜ ਕੱਲ੍ਹ ਚੱਲਦੀ ਹੈ। ਤੋ ਇਸ ਤਰ੍ਹਾਂ ਜੋ ਵਿਦਵਾਨ ਲੋਕ ਨੇ ਉਹ ਆਪਦੇ ਹੀ ਮਤ ਨੂੰ, ਆਪਦੇ ਹੀ ਧਰਮ ਨੂੰ ਨਿੰਦੀ ਜਾਂਦੇ ਨੇ। ਇਸ ਤਰ੍ਹਾਂ ਦੀ ਪੜ੍ਹਾਈ ਨੂੰ ਕੀ ਕਰਨਾ ਜਿਹਦੇ ਵਿੱਚ ਝਗੜਾ ਉਤਪੰਨ ਹੋਵੇ। ਦੁਬਤਾ ਰੋਗਾ ਸੋ ਅਦਕ ਵਡੇਰਾ, ਜੋ ਦਵੈਤ ਭ੍ਰਾਂਤੀ ਵਾਲਾ ਰੋਗ ਹੈ ਉਹ ਤਾਂ ਬਹੁਤ ਹੀ ਵੱਡਾ ਹੈ। ਮਾਇਆ ਕਾ ਮੁਹਤਾਜ ਪਿਆ, ਅਤੇ ਜੀਵ ਇਸ ਰੋਗ ਦੇ ਅਧੀਨ ਹੋਇਆ ਮਾਇਆ ਦਾ ਮੁਤਾਜ ਭਾਵ ਅਧੀਨ ਹੋ ਰਿਹਾ ਹੈ। ਗੁਰਮੁਖ ਸਾਚਾ ਸ਼ਬਦ ਸਲਾਹੈ, ਜੋ ਗੁਰਮੁਖ ਜਨ ਗੁਰਾਂ ਦੁਆਰਾ ਸੱਚਾ ਉਪਦੇਸ਼ ਸਲਾਹੁਣਾ ਕਰਦਾ ਹੈ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪ੍ਰਮਾਤਮਾ ਨੂੰ ਸਲਾਹੁਣਾ ਕਰਦਾ ਹੈ। ਮਨ ਸਾਚਾ ਤਿਸ ਰੋਗ ਗਿਆ, ਇਸ ਦੇ ਹਿਰਦੇ ਵਿੱਚ ਸੱਚਾ ਪ੍ਰਭੂ ਵਸ ਗਿਆ ਹੈ ਅਤੇ ਉਸ ਦੇ ਅੰਦਰੋਂ ਇਹ ਦੁਬਿਧਾ ਹਉਮੈ ਆਦਿਕ ਦਾ ਰੋਗ ਚਲਿਆ ਗਿਆ ਹੈ। ਬਾਕੀ ਜੋ ਜੋ ਦੀਸੈ ਸੋ ਸੋ ਰੋਗੀ। ਵੇਖਣ ਨੂੰ ਬੰਦਾ ਚੰਗਾ ਭਲਾ ਜਾਪਦਾ ਪਰ ਅੰਦਰੋਂ ਖਾਧਾ ਹੋਇਆ ਹੈ ਰੋਗਾਂ ਦੇ ਨਾਲ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਰੋਗਾਂ ਤੋਂ ਰਹਿਤ ਮੇਰਾ ਜੋਗੀ ਸਤਿਗੁਰੂ ਹੀ ਹੈ। ਨਾਨਕ ਦੁਖੀਆ ਸਭ ਸੰਸਾਰ, ਨਾਨਕ ਹਰ ਜਨ ਅਨ ਦਿਨ ਨਿਰਮਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਹਰੀ ਪ੍ਰਮਾਤਮਾ ਦੇ ਦਾਸ ਰਾਤ ਦਿਨ ਸਦਾ ਹੀ ਉਜਲ ਜੀਵਨ ਵਾਲੇ ਹਨ। ਜਿਨ ਕਉ ਕਰਮ ਨਿਸ਼ਾਨ ਪਿਆ, ਜਿਨ੍ਹਾਂ ਨੂੰ ਧੁਰੋਂ ਹੀ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਪਿਆ ਹੋਇਆ।